ਸਤਿ ਸ਼੍ਰੀ ਅਕਾਲ ਲੋਕਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ। ਵੈਲਕਮ। ਧੰਨਵਾਦ ਜੀ। ਤੁਹਾਡੇ ਨਾਲ ਰੂਬਰੂ ਸਰੋਤਿਆਂ ਦੇ ਕਰਾ ਰਹੇ ਹੋ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਜਿਹੜੇ ਜੁੜੇ ਨੇ ਤੁਹਾਡੀ ਬੜੀ ਮਿਹਰਬਾਨੀ ਜੀ। ਦੋਸਤੋ, ਗੱਲਬਾਤ ਕਰਾਂਗੇ ਧਾਲੀਵਾਲ ਸਾਹਿਬ ਨਾਲ ਆਪਾਂ ਸ਼੍ਰੋਮਣੀ ਕਮੇਟੀ ਦੇ ਉੱਤੇ। ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਹੋਊਗਾ? ਹਾਲਾਂਕਿ ਚੋਣਾਂ ਦੀ ਕੋਈ ਡੇਟ ਤਾਂ ਨਹੀਂ ਅਜੇ ਆਈ ਹੈਗੀ, ਪਰ ਕਿਤੇ ਨਾ ਕਿਤੇ ਜਿਹੜੀਆਂ ਗਤੀਵਿਧੀਆਂ ਧਾਰਮਿਕ ਤੌਰ ਤੇ ਹੈਗੀਆਂ ਨੇ ਜਾਂ ਪੋਲੀਟੀਕਲ ਤੌਰ ਤੇ ਅੱਜ ਕੱਲ੍ਹ ਸਿਆਸਤਦਾਨਾਂ ਦਾ ਰਵੱਈਆ ਹੈਗਾ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਪੰਥਕ ਹੋਰ ਧਿਰਾਂ ਦਾ, ਉਹਦੇ ਤੋਂ ਲੱਗਦਾ ਕਿ ਜਲਦ ਪੰਜਾਬ ਨੂੰ ਇੱਕ ਹੋਰ ਚੋਣ ਦਾ ਸਾਹਮਣਾ ਕਰਨਾ ਪੈ ਸਕਦਾ। ਉਹ ਚੋਣ ਹੋਊਗੀ SGPC ਦੀ। ਸੋ ਧਾਲੀਵਾਲ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਸਮੀਕਰਨ ਰਹਿ ਸਕਦੇ ਨੇ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ। ਬਾਦਲ ਪਰਿਵਾਰ ਦੇ ਨਾਲ ਇੱਕ ਪਾਸੇ ਨਾਮ ਜੁੜਦਾ ਸ਼੍ਰੋਮਣੀ ਕਮੇਟੀ ਦੇ ਜਾ ਕੇ, ਪਰ ਬਾਦਲ ਪਰਿਵਾਰ ਇਹਨਾਂ ਗੱਲਾਂ ਨੂੰ ਡਿਨਾਈ ਕਰਦਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦੇ ਨਾਲ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ, ਉਹ ਆਪਣੇ ਤੌਰ ਤੇ ਵਰਕ ਕਰ ਰਹੇ ਨੇ। ਹਾਂ, ਸ਼੍ਰੋਮਣੀ ਅਕਾਲੀ ਦਲ ਜੋ ਬ੍ਰਿਗੇਡ ਬਣਾਈ ਗਈ ਸੀ, ਉਹ ਆਪਣੀ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਹੇ ਨੇ। ਦੂਜੇ ਪਾਸੇ ਕਈ ਉਹ ਵੀ ਸ਼ਖਸੀਅਤਾਂ ਹੈਗੀਆਂ ਨੇ ਧਾਰਮਿਕ ਤੌਰ ਤੇ ਉੱਤੇ, ਜਿਵੇਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ, ਉਹ ਵੀ ਲੰਮੇ ਸਮੇਂ ਤੋਂ ਪੰਥਕ ਅਕਾਲੀ ਲਹਿਰ ਬਣਾ ਕੇ ਕੋਸ਼ਿਸ਼ ਕਰ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਇਆ ਜਾਵੇ ਬਾਦਲ ਪਰਿਵਾਰ ਤੋਂ। ਉਹਨਾਂ ਦਾ ਸਿੱਧਾ ਨਿਸ਼ਾਨਾ ਹੁੰਦਾ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ। ਇਸ ਤੋਂ ਇਲਾਵਾ ਹੋਰ ਵੀ ਛੋਟੇ ਮੋਟੇ ਧੜੇ ਹੈਗੇ ਨੇ ਜੋ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਹੈਗੇ ਨੇ ਕਿ ਸ਼੍ਰੋਮਣੀ ਅਕਾਲੀ ਆਪਣਾ SGPC ਦੀ ਚੋਣ ਦੇ ਵਿੱਚ ਪਾਰਟੀਸਪੇਟ ਕੀਤਾ ਜਾਵੇ। ਇਹਨਾਂ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਧਾਲੀਵਾਲ ਸਾਹਿਬ ਆਏ ਨੇ, ਕਿਉਂਕਿ ਧਾਲੀਵਾਲ ਸਾਹਿਬ ਬੜੇ ਅੰਦਰ ਤੱਕ ਇਹਨਾਂ ਪੂਰੇ ਮਾਮਲਿਆਂ ਨੂੰ ਜਾਣਦੇ ਨੇ। ਧਾਲੀਵਾਲ ਸਾਹਿਬ, ਜੇਕਰ ਮੈਂ ਤੁਹਾਨੂੰ ਸਪਸ਼ਟ ਪੁੱਛਾਂਗੇ ਕੌਣ ਹੋਊਗਾ SGPC ਦਾ ਅਗਲਾ ਪ੍ਰਧਾਨ? ਦੇਖੋ, ਇੱਕ ਤਾਂ ਇਹ ਹੈ ਕਿ ਇਸ ਗੱਲ ਨੂੰ ਦੋ ਭਾਗਾਂ 'ਚ ਵੰਡ ਲਓ। ਤੁਸੀਂ ਇੱਦਾਂ ਨਾ ਕਰੋ ਜੀ, ਜੇ ਤਾਂ ਇਹ ਪੁੱਛਣਾ ਨਾ ਕਿ ਅਗਲਾ ਪ੍ਰਧਾਨ ਕੌਣ ਹੋਊਗਾ ਜੀ। ਨਵੰਬਰ ਬੜਾ ਨੇੜੇ ਹੈ, ਨਵੰਬਰ 'ਚ ਚੋਣ ਹੁੰਦੀ ਹੈ। ਉਹ ਚੋਣ ਹੈ ਜਿਹੜੀ ਪ੍ਰਧਾਨ ਦੀ ਚੁਣੇ ਹੋਏ ਮੈਂਬਰਾਂ ਨੇ ਕਰਨੀ ਹੁੰਦੀ ਹੈ। ਉਹਨਾਂ ਦੇ ਵਿੱਚ ਉਹ ਪ੍ਰਧਾਨ ਤਾਂ ਹਾਲੇ ਬਾਦਲ ਦਲ ਦਾ ਹੀ ਰਹੂਗਾ ਜੀ। ਉਹ ਇਹ ਵੀ ਰਹਿ ਸਕਦਾ ਹੈ, ਚਾਂਸਸ ਇਹ ਨੇ ਕਿ ਉਹ ਨਵੰਬਰ 'ਚ ਜਿਹੜੀ ਚੋਣ ਹੋਣ ਵਾਲੀ ਹੈ ਉਹ 'ਚ ਸੰਭਾਵਨਾ ਹੈ ਕਿ ਉਹ ਪ੍ਰਧਾਨ ਜਿਹੜੇ ਇਹ ਵਾਲੇ ਧਾਮੀ ਸਾਹਿਬ ਨੇ ਜਿਹੜੇ ਪ੍ਰਧਾਨ ਹੋਣ, ਸੰਭਾਵਨਾ ਵੀ ਉਹ ਸ਼ਾਇਦ ਇਹ ਹੀ ਰਹਿਣਗੇ। ਕਿਉਂਕਿ ਜਿਸ ਕ੍ਰਾਈਸਿਸ 'ਚੋਂ ਅਕਾਲੀ ਦਲ ਨਿਕਲ ਰਿਹਾ ਹੁਣ ਜੀ, ਜਾਂ ਵਿਚਰ ਰਿਹਾ, ਨਿਕਲ ਰਿਹਾ ਤਾਂ ਚਲੋ ਸ਼ਬਦ ਹੋਰ ਤਰ੍ਹਾਂ ਦਾ ਹੈ, ਜਿਸ ਸੰਕਟ 'ਚੋਂ ਵਿਚਰ ਰਿਹਾ ਉਸ ਦੇ ਵਿੱਚ ਇਹ ਸੌਖਾ ਨਹੀਂ ਹੋਏਗਾ ਕਿ ਉਹ ਪ੍ਰਧਾਨ ਨੂੰ ਬਦਲ ਸਕਣ। ਜੇ ਉਹ ਬਦਲ ਸਕਣਗੇ ਤਾਂ ਇੱਕ ਹੋਰ ਨਵੀਂ ਸਮੱਸਿਆ ਖੜੀ ਹੋਏਗੀ। ਦੂਸਰਾ, ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੇ ਅਜੇ ਤੱਕ ਕੋਈ ਇੱਦਾਂ ਦਾ ਜੈਸਚਰ, ਇੱਦਾਂ ਦਾ ਦਿਖਾਵਾ ਨਹੀਂ ਕੀਤਾ ਜਿਹਦੇ ਨਾਲ ਅਕਾਲੀ ਦਲ ਬਾਦਲ ਨਾਰਾਜ਼ ਹੋਇਆ ਹੋਵੇ। ਤੀਸਰਾ, ਇੱਕ ਗੱਲ ਉਹਨਾਂ ਦੇ ਹੱਕ 'ਚ ਨਹੀਂ ਜਿਹੜੀ, ਉਹ ਇਹ ਹੈ ਕਿ ਉਹ ਕੋਈ ਬਹੁਤ ਵੱਡੀ ਇਸ ਤਰ੍ਹਾਂ ਦੀ ਅਪੀਲ ਸਿੱਖ ਸਿਆਸਤ ਨੂੰ ਵੀ ਨਹੀਂ ਕਰਦੇ ਜਿਹਦੇ ਨਾਲ ਉਹ ਲੱਗੇ ਜਿਵੇਂ ਬਾਕੀ ਪਹਿਲਾਂ ਦੇ ਪ੍ਰਧਾਨ ਸੀ, ਜਿਵੇਂ ਸਰਦਾਰ ਗੁਰਚਰਨ ਸਿੰਘ ਟੌੜਾ ਸੀ ਜਾਂ ਈਵਨ ਬੀਬੀ ਜਗੀਰ ਕੌਰ ਸੀ, ਜਿਨ੍ਹਾਂ ਦਾ ਇੱਕ ਵੱਡਾ ਇਮੇਜ ਸੀ ਸਿੱਖ ਸਿਆਸਤ ਦੇ ਵਿੱਚ, ਅਕਾਲੀ ਸਿਆਸਤ ਦੇ ਵਿੱਚ। ਹੁਣ ਆਪਾਂ ਗੱਲ ਕਰੀਏ ਇਸ ਤੋਂ ਅਗਲੀ ਗੱਲ ਇਹ ਹੈ ਕਿ ਚਰਚਾ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਕੇਂਦਰ ਦੀ ਸਰਕਾਰ ਨੇ ਜਿਸ ਕਿਸਮ ਨਾਲ ਸਰਸਾ ਨੂੰ, ਦਿੱਲੀ ਵਾਲੇ ਨੂੰ, ਜਿਹੜੇ ਸਾਬਕਾ ਪ੍ਰਧਾਨ ਨੇ ਦਿੱਲੀ ਕਮੇਟੀ ਦੇ, ਉਹਨਾਂ ਨੂੰ, ਮਨਜਿੰਦਰ ਸਿੰਘ ਸਰਸਾ ਨੂੰ ਉਭਾਰਿਆ, ਉਸ ਤੋਂ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ BJP ਆਪਣੇ ਤਰੀਕੇ ਨਾਲ ਸਿੱਧਾ ਨਹੀਂ, ਅਸਿੱਧੇ ਤੌਰ ਤੇ ਸਿੱਖ ਸਿਆਸਤ ਦੇ ਵਿੱਚ ਦਖਲ ਦੇ ਕੇ ਆਪਣਾ ਵੋਟ ਬੈਂਕ ਖੜਾ ਕਰਨਾ ਚਾਹੁੰਦੀ ਹੈ। ਜੇਕਰ ਉਹਨਾਂ ਦੀ ਗਿਣਤੀ ਇਸ ਗੱਲ ਤੇ ਪੂਰੀ ਹੁੰਦੀ ਹੈ ਤਾਂ ਉਹ ਇਹ ਗੱਲ ਕਰ ਸਕਦੇ ਨੇ ਕਿ ਉਹ ਚੋਣ ਕਰਾ ਦੇਣ, ਕਿਉਂਕਿ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ, ਦੋ ਹੀ ਸੂਬਿਆਂ ਦੇ ਵਿੱਚ ਸਿੱਖਾਂ ਦੀ ਕੁਛ ਗਿਣਤੀ ਹੈ, ਤੇ ਦਿੱਲੀ ਦੀ ਸਿਆਸਤ ਦੇ ਵਿੱਚ ਵੀ ਸਿੱਖ ਸਿਆਸਤ ਦਾ ਇੱਕ ਬਣਦਾ ਪ੍ਰਭਾਵ ਹੈ ਜਿਹੜਾ ਉੱਥੋਂ ਦੀ ਸਿਆਸਤ ਨੂੰ ਜਾਂ ਉੱਥੋਂ ਦੀ ਵੋਟਾਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ ਹੈ। ਉਹਦੇ ਵਿੱਚ ਉਹ ਹੋ ਸਕਦਾ ਹੈ ਕਿ ਇਹਨਾਂ ਦੋਨਾਂ ਗੱਲਾਂ ਨੂੰ ਜੋੜ ਕੇ ਉਹ ਕਿਸੇ ਸਿੱਟੇ ਤੇ ਪਹੁੰਚ ਜਾਣ ਕਿ ਪੰਜਾਬ ਦੀ ਸਿਆਸਤ ਤੇ ਦਿੱਲੀ ਦੀ ਸਿਆਸਤ ਨੂੰ ਸਿੱਖ ਸਿਆਸਤ ਦਾ ਚਿਹਰਾ ਮੋਹਰਾ ਬਣਾ ਕੇ ਅੱਗੇ ਤੋਰਿਆ ਜਾਵੇ, ਜਿਹਦੇ ਨਾਲ BJP ਨੂੰ ਫਾਇਦਾ ਹੋਵੇ। ਉਹ SGPC ਦੀ ਚੋਣ ਕੋਈ ਹੋ ਸਕਦੀ ਹੈ। ਹੁਣ ਜੇ ਆਪਾਂ ਗੱਲ ਕਰੀਏ SGPC ਦੀ ਚੋਣ ਦੀ, ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਪਿਛੋਕੜ 'ਚ ਜਾਊਂਗਾ। ਉਹ ਜ਼ਰੂਰੀ ਸਮਝਦਾ ਕਿ ਜਦੋਂ 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਿਆ, ਦੁਨੀਆ ਦੇ ਵਿੱਚ ਇਹ ਸਾਬਤ ਹੋਇਆ ਕਿ ਇੱਕੋ ਹੀ ਇੱਕ ਧਰਮ ਹੈ
ਜਿੱਥੇ ਉਹਨਾਂ ਦੀ ਜਿਹੜੀਆਂ ਪ੍ਰਬੰਧਕ ਕਿਸਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਜਿਹੜੇ ਨੇਤਾ ਚੁਣੇ ਜਾਂਦੇ ਨੇ ਉਹ ਸਾਰੇ ਨੇਤਾ ਲੋਕਤੰਤਰਿਕ ਤਰੀਕੇ ਨਾਲ ਚੁਣੇ ਜਾਂਦੇ ਨੇ, ਵਰਨਾ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਧਰਮ ਨੂੰ ਚਲਾਉਣ ਵਾਲੇ ਪ੍ਰਬੰਧਕ ਲੋਕਤੰਤਰਿਕ ਤਰੀਕੇ ਨਾਲ ਚੁਣੇ ਨਹੀਂ ਹਨ ਜਾਂਦੇ। ਔਰ ਇਸ ਦੇ ਵਿੱਚ ਮੈਂ ਤੁਹਾਨੂੰ ਇਹ ਸਾਫ਼ ਦੱਸੂਗਾ ਕਿ ਮਹਾਤਮਾ ਗਾਂਧੀ ਨੇ ਜਦੋਂ ਇਹ ਐਕਟ ਜਾਂ ਜਦੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਅੰਗਰੇਜ਼ ਸਰਕਾਰ ਨੇ, ਚਾਬੀਆਂ ਦਾ ਮੋਰਚਾ ਜਿਹਨੂੰ ਕਹਿੰਦੇ, ਅੰਗਰੇਜ਼ ਸਰਕਾਰ ਨੇ ਬਾਬਾ ਖੜਕ ਸਿੰਘ ਦੀ ਜਿਹੜੀ ਲੀਡਰਸ਼ਿਪ ਵਾਲਿਆਂ ਨੂੰ ਉਹ ਚਾਬੀਆਂ ਸੌਂਪੀਆਂ ਗਈਆਂ ਤੇ ਗੁਰਦੁਆਰਾ ਐਕਟ ਨੂੰ ਮੰਨ ਲਿਆ ਗਿਆ ਕਿ ਇਸ ਤਰੀਕੇ ਨਾਲ ਅਸੀਂ ਇੱਕ ਐਕਟ ਪਾਸ ਕਰਾਂਗੇ ਜਿਹਦੇ ਨਾਲ ਇਹਦਾ ਪ੍ਰਬੰਧ ਤੁਹਾਨੂੰ ਲੋਕਤੰਤਰਿਕ ਤਰੀਕੇ ਨਾਲ ਤੁਹਾਡੇ ਕੋਲ ਹੀ ਰਹੇਗਾ, ਤੁਸੀਂ ਆਪਣੀ ਕਮੇਟੀ ਚੁਣੋਗੇ। ਉਹ ਮਹਾਤਮਾ ਗਾਂਧੀ ਨੇ ਜਿਹੜੀ ਇੱਕ ਟੈਲੀਗ੍ਰਾਮ ਦਿੱਤੀ ਸੀ ਉਸ ਸਮੇਂ ਸਿੱਖ ਲੀਡਰਸ਼ਿਪ ਨੂੰ ਕਿ ਯੂ ਹੈਵ ਵਨ ਦੀ ਫਸਟ ਬੈਟਲ ਆਫ ਇੰਡੀਪੈਂਡੈਂਸ। ਉਸ ਤੋਂ ਪਹਿਲਾਂ ਜਿਹਨੂੰ ਅਸੀਂ ਮੰਨਦੇ ਹਾਂ ਕਿ ਉਹਨਾਂ ਨੇ ਅਗਵਾਈ ਕੀਤੀ ਲੋਕਤੰਤਰਿਕ ਰੀਤੀ ਰਿਵਾਜਾਂ 'ਚ, ਲੋਕਤੰਤਰਿਕ ਪ੍ਰਣਾਲੀ ਦੀਆਂ ਜਿਹੜੀਆਂ ਰਹੁ ਰੀਤਾਂ ਨੇ ਉਹਦੇ ਵਿੱਚ, ਉਹ ਸਮਝਦੇ ਅਸੀਂ ਇੰਗਲੈਂਡ। 1925 ਤੋਂ ਪਹਿਲਾਂ ਈਵਨ ਇੰਗਲੈਂਡ ਦੇ ਵਿੱਚ ਵੀ ਹਰ ਵਿਅਕਤੀ ਕੋਲ ਵੋਟ ਦਾ ਅਧਿਕਾਰ ਨਹੀਂ ਸੀ ਜਿਵੇਂ ਹੁਣ ਹੈ ਨਾ। ਹੁਣ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਨੇ, ਬਹੁ ਗਿਣਤੀ ਮੁਲਕ ਨੇ ਬਲਕਿ, ਜਿੱਥੇ ਵੋਟ ਦਾ ਅਧਿਕਾਰ ਉਸ ਨੂੰ ਹੁੰਦਾ ਹੈ ਜਿਹਦੀ ਉਮਰ 18 ਸਾਲ ਜਾਂ 21 ਸਾਲ ਜਿਹੜੀ ਮਿੱਥੀ ਗਈ ਹੈ। ਜਦੋਂ ਉਹ ਉਮਰ ਤੇ ਚਲਾ ਗਿਆ ਤੇ ਉਹ ਦਿਮਾਗੀ ਤੌਰ ਤੇ ਠੀਕ ਹੈ, ਉਸ ਦੇਸ਼ ਦਾ ਵਸਨੀਕ ਹੈ, ਇਹ 3 ਸ਼ਰਤਾਂ ਨਾਲ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ। ਪਰੰਤੂ ਉਸ ਸਮੇਂ ਇੰਗਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਸੀ। ਕੁਝ ਸ਼ਰਤਾਂ ਹੋਰ ਸੀ ਕਿ ਬੰਦੇ ਕੋਲੇ ਆਪਣਾ ਘਰ ਹੋਵੇ, ਬੰਦੇ ਕੋਲੇ ਇੰਨੀ ਜਾਇਦਾਦ ਹੋਵੇ, ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ, ਟੈਕਸ ਦਿੰਦਾ ਹੋਵੇ, ਕੋਈ ਇੱਦਾਂ ਦਾ, ਮਤਲਬ ਇਹਨੂੰ ਅਸੀਂ ਕਹਿੰਦੇ ਹਾਂ ਕਿ ਲਿਮਟਡ ਵੋਟ ਅਧਿਕਾਰ ਸੀ। ਉਹ 'ਤੇ ਇੱਕ ਸੀਮਾ ਲੱਗੀ ਹੋਈ ਸੀ, ਹਰ ਇੱਕ ਵਿਅਕਤੀ ਕੋਲ ਨਹੀਂ ਸੀ। ਪਰੰਤੂ ਜਦੋਂ ਗੁਰਦੁਆਰਾ ਕਮੇਟੀ ਦਾ ਜਿਹੜਾ 1925 ਦਾ ਐਕਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਪਾਸ ਹੋਇਆ, ਉਦੋਂ ਉਸ ਉਮਰ ਦੇ ਹਰ ਇੱਕ ਸਿੱਖ ਨੂੰ, ਮਰਦ ਜਾਂ ਇਸਤਰੀ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਕਿ ਤੁਸੀਂ ਆਪਣੀ ਕਮੇਟੀ ਚੁਣ ਸਕਦੇ ਹੋ। ਇਹੀ ਅਧਿਕਾਰ ਜਿਹੜਾ ਇਹ ਕਾਂਗਰਸ ਮੰਗ ਰਹੀ ਸੀ, ਆਜ਼ਾਦੀ ਦਾ ਅਧਿਕਾਰ, ਕਿ ਅਸੀਂ ਆਪਣੀ ਸਰਕਾਰ ਵੋਟ ਨਾਲ ਚੁਣੀਏ। ਇਸ ਕਰਕੇ ਇਹ ਨਵੇਕਲਾ ਧਰਮ ਬਣ ਗਿਆ ਉਦੋਂ। ਪਰੰਤੂ ਜੇ ਆਪਾਂ ਕਹੀਏ ਕਿ ਇਹ ਜਿਹੜੀ ਲੜਾਈ ਦਿਖਾਈ ਦੇ ਰਹੀ ਹੈ ਇਹ ਪਹਿਲੀ ਵਾਰ ਦਿਖਾਈ ਦੇ ਰਹੀ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਉਸ ਸਮੇਂ ਵੀ ਅਕਾਲੀ ਦਲ ਦੇ ਜਾਂ ਸਿੱਖਾਂ ਦੇ, ਮੈਂ ਅਕਾਲੀ ਦਲ ਨਾ ਕਹਾਂ, ਸਿੱਖਾਂ ਦੇ 2 ਧੜਿਆਂ ਵਿਚਕਾਰ ਇੱਕ ਧੜਾ ਜਿਹਨੂੰ ਸਪੋਰਟ ਕਰਦੇ ਸੀ ਪ੍ਰਤਾਪ ਸਿੰਘ ਕੈਰੋਂ, ਇੱਕ ਧੜਾ ਜਿਹਨੂੰ ਸਪੋਰਟ ਕਰਦੇ ਸੀ ਮਾਸਟਰ ਤਾਰਾ ਸਿੰਘ। ਤੁਸੀਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਪੜ੍ਹ ਕੇ ਦੇਖੋ, ਕਈ ਵਾਰ ਇੱਦਾਂ ਹੋਇਆ ਵੀ ਇੱਕ ਸਾਲ ਉਹਨਾਂ ਦਾ ਪ੍ਰਧਾਨ, ਫਿਰ ਉਹਨਾਂ ਦਾ ਪ੍ਰਧਾਨ, ਇੱਕ ਉਹਨਾਂ ਦਾ ਪ੍ਰਧਾਨ, ਇੱਕ ਉਹਨਾਂ ਦਾ ਪ੍ਰਧਾਨ। ਮੈਨੂੰ ਯਾਦ ਆ ਗਿਆ ਗੱਲਾਂ 'ਚ ਇੱਕ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਸਿਆਣੇ ਸਿੱਖ ਲੀਡਰਾਂ ਨੇ ਕਿਹਾ ਕਿ ਨਹੀਂ ਯਾਰ ਇੱਦਾਂ ਲੜਾਈ ਨਾ ਕਰੋ, ਤੁਸੀਂ ਸੁਲਹ ਸਫਾਈ ਨਾਲ ਪ੍ਰਧਾਨ ਚੁਣੋ। ਇੱਕ ਚੰਨਣ ਸਿੰਘ ਉਰਾੜਾ ਇੱਕ ਵਿਅਕਤੀ ਇੱਕੋ ਸਾਲ ਲਈ ਪ੍ਰਧਾਨ ਰਹੇ ਨੇ, ਉਹ ਚੰਨਣ ਸਿੰਘ ਉਰਾੜਾ, ਊੜੇ ਨੂੰ ਔਂਕੜ ਪਾ ਕੇ ਲਿਖਦੇ ਨੇ। ਇੱਕ ਸੰਤ ਚੰਨਣ ਸਿੰਘ ਸੀ, ਉਹ ਬਹੁਤ ਲੰਮਾ ਸਮਾਂ ਪ੍ਰਧਾਨ ਰਹੇ ਨੇ। ਉਹ ਹੋਰ ਨੇ ਇਹ ਚੰਨਣ ਸਿੰਘ ਉਰਾੜਾ ਨੂੰ ਸਾਲਸ ਬਣਾਇਆ ਗਿਆ ਦੋਨਾਂ ਪਾਰਟੀਆਂ ਨੂੰ ਵੱਲੋਂ, ਮਤਲਬ ਜਿਹੜਾ ਮੈਂ ਕਹਿ ਰਿਹਾ ਉਹ ਧੜੇ, ਇੱਕ ਜਿਹੜਾ ਸਪੋਰਟਡ ਬਾਏ ਆਪਣੇ ਪ੍ਰਤਾਪ ਸਿੰਘ ਕੈਰੋਂ, ਇੱਕ ਸਪੋਰਟਡ ਬਾਏ ਮਾਸਟਰ ਤਾਰਾ ਸਿੰਘ ਜੀ। ਜਦੋਂ ਉਹ ਦੋਨੇ ਧੜਿਆਂ ਦੇ ਵਿੱਚ ਸਾਲਸ ਪੁਆਇੰਟ ਹੋ ਗਿਆ ਕਿ ਜੋ ਫੈਸਲਾ ਚੰਨਣ ਸਿੰਘ ਉਰਾੜਾ ਕਰ ਦੇਣਗੇ ਉਹ ਦੋਨੇ ਧੜਿਆਂ ਨੂੰ ਮਨਜ਼ੂਰ ਹੋਏਗਾ, ਲਿਖ ਕੇ ਸਾਰੀ ਗੱਲ ਹੋ ਗਈ। ਤੇ ਫਿਰ ਚੰਨਣ ਸਿੰਘ ਉਰਾੜਾ ਨੇ ਡਿਕਲੇਅਰ ਕਰਤਾ ਵੀ ਹੁਣ 1 ਸਾਲ ਮੈਂ ਹੀ ਪ੍ਰਧਾਨ ਰਹੂੰਗਾ। ਇੱਦਾਂ ਦੀਆਂ ਘਟਨਾਵਾਂ ਵੀ ਹੋਈਆਂ ਨੇ ਸ਼੍ਰੋਮਣੀ ਕਮੇਟੀ 'ਚ। ਸੋ ਇਸ ਕਰਕੇ ਪਿਛਲੇ ਸਮੇਂ ਦੇ ਵਿੱਚ, ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਵਧੀਆ ਤਰੀਕੇ ਨਾਲ ਰਿਹਾ ਤੇ ਉਹਦੇ ਨਾਲ ਜਿਹੜੀਆਂ 3 ਧਿਰਾਂ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਕਿ 3 ਧਿਰਾਂ ਸਿੱਖ ਸਿਆਸਤ ਦੇ ਧੁਰੇ ਬਣਦੀਆਂ ਰਹੀਆਂ। ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਇੱਕ ਮੁੱਖ ਮੰਤਰੀ ਦਾ ਕੈਂਡੀਡੇਟ ਜਾਂ ਮੁੱਖ ਮੰਤਰੀ। ਪਿਛਲੇ ਸਮੇਂ ਦੇ ਵਿੱਚ ਇਹ ਆਇਆ ਕਿ ਇਹ ਤਿੰਨੇ ਤਾਕਤਾਂ ਇੱਕੋ ਵਿਅਕਤੀ ਦੇ ਵਿੱਚ ਚਲੀਆਂ ਗਈਆਂ, ਜਿਹਨੂੰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਹਿੰਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਵੀ ਉਹੀ ਸੀ, ਮੁੱਖ ਮੰਤਰੀ ਦੇ ਕੈਂਡੀਡੇਟ ਵੀ ਉਹੀ ਸੀ, ਤੇ ਸ਼੍ਰੋਮਣੀ ਕਮੇਟੀ ਦੀ ਵੀ ਟੋਟਲ ਤਾਕਤ ਗੁਰਚਰਨ ਸਿੰਘ ਟੌੜਾ ਦੇ ਪ੍ਰਧਾਨਗੀ ਤੋਂ ਬਾਅਦ ਬਾਦਲ ਸਾਹਿਬ ਕੋਲ ਉਹਨਾਂ ਕੋਲ ਚਲੀ ਗਈ ਤੇ ਹੌਲੀ ਹੌਲੀ ਰਿਡਿਊਸ ਹੁੰਦੀ। ਉਹ ਇਸ ਤਰ੍ਹਾਂ ਆਈ ਕਿ ਜਦੋਂ
ਪਿੱਛੇ ਆਪਣੇ ਸਾਬਕਾ MLA ਜਿਹੜੇ ਉਹ ਸੀ ਧਨੌਲਾ ਸਾਹਿਬ ਜੀ, ਮੈਂ ਉਹਨਾਂ ਦਾ ਨਾਮ ਮੇਰੇ ਦਿਮਾਗ 'ਚੋਂ ਨਿਕਲ ਰਿਹਾ ਹੁਣ, ਉਹ ਜਦੋਂ ਜਿਹੜੇ ਧਾਮੀ ਤੋਂ ਪਹਿਲਾਂ ਜਿਹੜੇ ਪ੍ਰਧਾਨ ਸੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ, ਉਹਨਾਂ ਦਾ ਕੱਦ ਬੁੱਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਰਾਬਰ ਦਾ ਨਹੀਂ ਸੀ। ਤੇ ਉਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਉਸੇ ਤਰ੍ਹਾਂ ਸਰਦਾਰ ਧਾਮੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਮੈਨੂੰ ਨਹੀਂ ਪਤਾ, ਉਹਨਾਂ ਦਾ ਕੱਦ ਬੁੱਤ ਵੀ ਉਹ ਨਹੀਂ ਕਿ ਜੇ ਆਪਾਂ ਕਹੀਏ ਵੀ ਇੱਕ ਧਿਰ ਸਰਦਾਰ ਬਾਦਲ ਤੇ ਇੱਕ ਧਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਹਾਲਾਂਕਿ ਜੇ ਆਪਾਂ ਬੀਬੀ ਜਗੀਰ ਕੌਰ ਦੀ ਗੱਲ ਕਹੀਏ, ਉਹ ਸਿਆਸੀ ਤੌਰ ਤੇ ਉਹਨਾਂ ਦਾ ਕੋਈ ਲੈਵਲ ਸੀਗਾ। ਇਸੇ ਤਰ੍ਹਾਂ ਇਦੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ ਇੱਕ ਵਾਰੀ ਪ੍ਰਧਾਨ ਬਣੇ, ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਲੈਵਲ ਸੀਗਾ। ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਸਟਰੈਂਥਨ ਕਰਨਾ ਹੈ, ਮੈਂ ਪਿਛਲੇ ਦਿਨ ਇੱਕ ਇੰਟਰਵਿਊ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਸੁਣ ਰਿਹਾ ਸੀ, ਉਹ ਵੀ ਇਹ ਗੱਲ ਮੰਨ ਰਹੇ ਸੀ ਉੱਥੇ। ਮੈਨੂੰ ਨਹੀਂ ਪਤਾ ਇਹ ਪਾਰਟੀ ਦੀ ਸਿੱਧੀ ਨੀਤੀ ਹੈ ਜਾਂ ਇਹ ਉਹਨਾਂ ਦਾ ਬਿਆਨ ਸੀ, ਪਰ ਉਹ ਪਾਰਟੀ ਦੀ ਨੀਤੀ ਤੋਂ ਹੀ ਪ੍ਰਭਾਵਿਤ ਦਿਖਾਈ ਦੇ ਰਹੇ ਸੀ, ਜਿਵੇਂ ਉਸ ਦੀ ਗੱਲ ਕਰ ਰਹੇ ਹੁਣ। ਉਹ ਇਹ ਕਹਿ ਰਹੇ ਸੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਅਕਾਲੀ ਦਲ ਦੇ ਨੁਮਾਇੰਦਿਆਂ ਦੀ ਜਿਹੜੇ MLA ਚੁਣੇ ਗਏ ਜਾਂ ਉਹਨਾਂ ਦੇ ਜਿਹੜੇ ਲੀਡਰ ਬਣੇ, ਜ਼ਿਆਦਾਤਰ ਵੱਡੇ ਲੀਡਰਾਂ ਨੂੰ ਛੱਡ ਕੇ, ਉਹਨਾਂ ਦੀ ਦਿੱਖ ਸਿੱਖਾਂ ਵਾਲੀ ਨਹੀਂ ਰਹੀ, ਅਕਾਲੀਆਂ ਵਾਲੀ ਨਹੀਂ ਰਹੀ ਕਿ ਅਸੀਂ ਮੁੜ ਵਿਚਾਰ ਕਰ ਰਹੇ ਹਾਂ ਕਿ ਘੱਟੋ ਘੱਟ ਜਿਹੜੇ ਲੀਡਰ ਨੇ ਉਹ ਸਿੱਖ ਦਿੱਖ ਵਾਲੇ ਹੋਣ। ਇਹਦੇ ਵਿੱਚ ਜਿਹੜੀ ਮੈਂ ਕਹੂੰਗਾ ਦੁਰਾਵਾਂ ਵਾਲੀ ਗੱਲ ਹੋਈ, ਕਨਫਲਿਕਟ ਵਾਲੀ ਗੱਲ ਹੋਈ। ਸ਼੍ਰੋਮਣੀ ਕਮੇਟੀ 'ਚ ਤਾਂ ਉਹਨਾਂ ਨੇ ਇਹ ਨਿਯਮ ਲੈ ਆਂਦਾ ਕਿ ਵੋਟ ਉਹੀ ਪਾ ਸਕੇਗਾ ਜਿਹੜਾ ਪੂਰਨ ਸਹਿਜਧਾਰੀ ਸਿੱਖ ਹੋਏਗਾ, ਜਿਹਦੇ ਦਾੜੀ ਕੇਸ ਕੱਟੇ ਨਾ ਹੋਣ। ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਬੰਦੇ ਲੈ ਆਂਦੇ ਜਿਹੜਾਂ ਦਾ ਸਿੱਖੀ ਨਾਲ ਕੋਈ ਨੇੜੇ ਦਾ ਵਾਸਤਾ ਵੀ ਨਹੀਂ ਹੈਗਾ। ਹੁਣ ਉਹ ਜਿਹੜੀ ਦੂਰਾ ਮਾਪਦੰਡ ਸੀ, ਮੇਰਾ ਖਿਆਲ ਕਿਸੇ ਹੱਦ ਤੱਕ ਲੋਕਾਂ ਨੂੰ ਸ਼ਾਇਦ ਪਸੰਦ ਨਹੀਂ ਆਇਆ। ਲੋਕਾਂ ਦਾ ਭਾਵ ਜਿਹੜੇ ਸਿੱਖ ਭਾਵਨਾਵਾਂ ਕਰਕੇ ਅਕਾਲੀ ਦਲ ਨਾਲ ਜੁੜੇ ਹੋਏ ਸੀ, ਉਹਨਾਂ ਲੋਕਾਂ ਨੂੰ, ਜਿਹੜੇ ਸਿਆਸੀ ਤੌਰ ਤੇ ਆਪਣੇ ਕੰਮਾਂ ਨਾਲ ਜੁੜੇ ਨੇ, ਉਹਨਾਂ ਨੂੰ ਪਸੰਦ ਆ ਸਕਦੀ ਹੈ ਇਹ ਗੱਲ। ਹੁਣ ਇਸ ਕਰਕੇ ਪਿਛਲੇ ਸਮੇਂ ਦੇ ਵਿੱਚ ਇਹ ਬਾਵੇਲਾ ਬੜਾ ਉੱਠਿਆ। ਭਾਵੇਂ ਪਿਛਲੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹੋਈ ਉਸ ਦੇ ਵਿੱਚ ਸਿਮਰਜੀਤ ਮਾਨ, ਪੰਜਾਬ ਦੇ ਸਾਰੇ ਜਿਹੜੇ ਵਿਰੋਧੀ ਸੀ ਬਾਦਲ ਦੇ, ਉਹ ਜੇ ਆਪਾਂ ਕਹੀਏ ਸਾਬਕਾ ਜਥੇਦਾਰ ਰਣਜੀਤ ਸਿੰਘ, ਸਾਰਿਆਂ ਨੇ ਜ਼ੋਰ ਲਾਇਆ। ਹਾਂ, ਪਹਿਲਾਂ ਨਾਲੋਂ ਇੰਪਰੂਵਮੈਂਟ ਹੋਈ ਜ਼ਰੂਰ। ਪਹਿਲਾਂ ਤਾਂ ਉਹਨਾਂ ਦੇ ਬਹੁਤ ਬਸ ਤਿੰਨ ਚਾਰ ਮੈਂਬਰ ਰਹਿ ਜਾਂਦੇ ਸੀ, ਹੁਣ ਉਹਨਾਂ ਦੇ ਜ਼ਰੂਰ ਮੈਂਬਰ ਵਧੇ ਨੇ, ਪਰੰਤੂ ਉਹਨਾਂ ਦੀ ਇਹ ਪੋਜੀਸ਼ਨ ਨਹੀਂ ਹੈਗੀ ਕਿ ਉਹਨਾਂ ਦਾ ਕਮੇਟੀ ਤੇ ਕਬਜ਼ਾ ਹੋਵੇ। ਜਿਹੜਾ ਕਬਜ਼ਾ ਹੈ ਜਾਂ ਜਿਹੜੀ ਸੱਤਾ ਹੈ, ਉਹ ਨਵੀਂ ਚੋਣ ਤੋਂ ਬਾਅਦ ਤਾਂ ਸੋਚਿਆ ਜਾ ਸਕਦਾ ਉਹਨਾਂ ਕੋਲ ਸ਼ਾਇਦ ਆ ਜਾਵੇ। ਹੁਣ ਜਿਹੜੇ ਐਗਜ਼ਿਸਟਿੰਗ ਮੈਂਬਰ ਨੇ ਉਹਨਾਂ ਤੇ ਪਕੜ ਹੈ ਜਿਹੜੀ, ਉਹ ਚਾਹੇ ਤਾਂ ਇਹ ਕਹਿ ਲਓ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਕੜ ਹੈ, ਚਾਹੇ ਇਹ ਕਹਿ ਲਓ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਦੀ ਜਾਂ ਸੁਖਬੀਰ ਬਾਦਲ ਦੀ ਪਕੜ ਹੈ। ਇਹ ਗੱਲ ਸੱਚ ਹੈ, ਇਹਨਾਂ ਦੋਨਾਂ 'ਚੋਂ ਗੱਲ ਨੂੰ ਕਿਸੇ ਤਰ੍ਹਾਂ ਵੀ ਕਹਿ ਲਓ, ਦੋਨਾਂ ਹੀ ਤਰ੍ਹਾਂ ਇਹ ਸੱਚ ਹੈ। ਸੋ ਇਸ ਕਰਕੇ ਜਿਹੜਾ ਜੇ ਤਾਂ ਚੋਣ ਹੋ ਜਾਂਦੀ ਹੈ, ਚੋਣ 'ਚ ਇੱਕ ਗੱਲ ਜ਼ਰੂਰ ਹੋਏਗੀ ਕਿ ਹੁਣ ਜਿਹੜਾ ਐਂਟੀ ਬਾਦਲ ਧੜਾ ਹੈ ਜੀ, ਉਹਨੂੰ ਵੱਖ-ਵੱਖ ਧਿਰਾਂ ਤੋਂ ਸਪੋਰਟ ਮਿਲਣ ਦੀ ਸੰਭਾਵਨਾ ਹੈ। ਹੁਣ ਇਸ ਅਵਸਥਾ ਦੇ ਵਿੱਚ ਸਰਕਾਰ ਵੀ ਉਹਦੇ ਨਾਲ ਨਹੀਂ ਜਾਏਗੀ, ਤੇ ਸਰਕਾਰ ਕਿਸੇ ਨਾ ਕਿਸੇ ਰੂਪ 'ਚ ਕਿੰਨੀ ਕੁ ਮਦਦ ਦੇਗੀ ਇਹ ਸਮਾਂ ਦੱਸੇਗਾ। ਇਸ ਤੋਂ ਬਿਨਾਂ BJP ਵੀ ਉਹਦੇ ਨਾਲ ਨਹੀਂ ਜਾਏਗੀ। ਕੁਛ ਕੁ ਸਿੱਖ ਨੇਤਾ ਜਿਹੜੇ BJP ਵੱਲ ਝੁਕੇ ਨੇ, ਉਹ ਖੁੱਲ੍ਹ ਕੇ ਸਿੱਖ ਸਿਆਸਤ 'ਚ ਪਾਰਟਿਸਿਪੇਟ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ ਮੈਨੂੰ ਇਹ ਲੱਗ ਰਿਹਾ ਹੈ ਮਨਜਿੰਦਰ ਸਿੰਘ ਸਰਸਾ ਜੇ BJP 'ਚ ਰਹਿੰਦੇ ਨੇ, ਉਹ ਸਿੱਖ ਸਿਆਸਤ ਦੇ ਵਿੱਚ ਜੇ ਪਾਰਟਿਸਿਪੇਟ ਨਹੀਂ ਕਰਦੇ ਤਾਂ BJP ਦੇ ਵਿੱਚ ਉਹਨਾਂ ਦੀ ਕੋਈ ਔਕਾਤ ਨਹੀਂ ਰਹੇਗੀ। ਮੇਰੇ ਮੁਤਾਬਕ ਉਹਨਾਂ ਨੂੰ ਮਜਬੂਰਨ ਸਿੱਖ ਸਿਆਸਤ ਦੇ ਵਿੱਚ, ਸਿੱਖ ਧਾਰਮਿਕ ਸਿਆਸਤ ਦੇ ਵਿੱਚ ਸਿੱਧੇ ਜਾਂ ਸਿੱਧੇ ਰੂਪ 'ਚ ਪਾਰਟਿਸਿਪੇਟ ਕਰਨਾ ਪਵੇਗਾ। ਮੈਂ ਇਹ ਮੰਨਦਾ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜੇਕਰ ਚੋਣ ਹੋ ਜਾਂਦੀ ਹੈ ਤਾਂ ਸਥਿਤੀ ਇਹ ਹੈ, ਫਿਰ ਇੱਕ ਫਸਵਾਂ ਮੁਕਾਬਲਾ ਹੋਏਗਾ। ਉਹਦੇ ਵਿੱਚ ਬਾਦਲ ਸਾਹਿਬ ਨੂੰ ਕਿੱਡਾ ਵੱਡਾ ਝਟਕਾ ਮਿਲਦਾ ਹੈ, ਤੇ ਜੇ ਉਹ ਝਟਕਾ ਦਿੱਤਾ ਗਿਆ, ਮਿਲ ਗਿਆ, ਮਤਲਬ ਜੇ ਉਹ ਸ਼੍ਰੋਮਣੀ ਕਮੇਟੀ 'ਚ ਵੀ ਆਪਣੀ ਸੱਤਾ ਲੂਜ਼ ਕਰਦੇ ਨੇ, ਤਾਂ ਉਹਦੇ ਨਾਲ ਬਹੁਤ ਕੁਝ ਹਿੱਲੇਗਾ,
ਬਹੁਤ ਕੁਝ ਤੋਂ ਮੇਰਾ ਭਾਵ ਇਹ ਹੈ, ਉਹਦੇ ਨਾਲ ਤੁਸੀਂ ਇਹ ਨਾ ਸਮਝੋ ਵੀ ਇਕੱਲੀ ਸ਼੍ਰੋਮਣੀ ਕਮੇਟੀ ਹਿੱਲੂਗੀ। ਉਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਨਾਂ ਹੇਠ ਬਹੁਤ ਸਾਰੀਆਂ ਸੰਸਥਾਵਾਂ ਦੇ ਇੱਕ ਟਰਸਟ ਬਣਾਏ ਹੋਏ ਨੇ। ਉਹ ਟਰਸਟਾਂ ਦੇ ਨੰਬਰ ਆਫ ਟਰਸਟ ਨੇ ਜਿਹੜੇ, ਉਹਨਾਂ ਦੇ ਪ੍ਰਧਾਨ ਬਾਈ ਨੇਮ ਬਣਾਏ ਹੋਏ ਨੇ ਲੋਕ, ਮਤਲਬ ਟੇਢੇ ਰੂਪ 'ਚੋਂ ਸ਼੍ਰੋਮਣੀ ਕਮੇਟੀ ਦੇ ਅੰਡਰ ਨੇ, ਪਰ ਉਹਨਾਂ ਨੇ ਇੱਕ ਪਿਛਲੀ ਮੋਹਰੀ ਰੱਖੀ ਹੋਈ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਤੋਂ ਸਾਡਾ ਕਬਜ਼ਾ ਹਟ ਵੀ ਜਾਵੇ ਤਦ ਪ੍ਰਧਾਨ ਅਸੀਂ ਹੀ ਰਹਾਂਗੇ। ਈਵਨ ਇਹ ਐਗਜ਼ਾਮਪਲ ਉਦੋਂ ਵੀ ਲਾਗੂ ਹੋਈ ਸੀ ਜਦੋਂ ਸਰਦਾਰ ਗੁਰਚਰਨ ਸਿੰਘ ਟੌੜਾ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਉਦੋਂ ਵੀ ਉਹ ਸਿੱਖ ਸੁਸਾਇਟੀ ਦੇ ਪ੍ਰਧਾਨ ਸੀ ਤੇ ਉਸ ਸਮੇਂ ਵੀ 3-4 ਕਾਲਜਾਂ ਨੂੰ ਰਨ ਕਰਦੇ ਸੀ, ਉਹਨਾਂ ਦੇ ਪ੍ਰਧਾਨ ਉਹੀ ਸੀ। ਸੋ ਇੱਦਾਂ ਦੇ ਕਈ ਸਾਰੇ ਟਰਸਟ ਨੇ ਜਿਨ੍ਹਾਂ ਦੇ ਪ੍ਰਧਾਨ ਬਾਈ ਨੇਮ ਵੱਖ-ਵੱਖ ਵਿਅਕਤੀ ਨੇ, ਤੇ ਉਹ ਜਿਹੜੇ ਪ੍ਰਧਾਨ ਨੇ ਉਹ ਗ੍ਰਾਂਟਾਂ ਸਾਰੀਆਂ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਨੇ, ਫੰਡ ਸਾਰੇ ਸ਼੍ਰੋਮਣੀ ਕਮੇਟੀ ਦੇ ਹੁੰਦੇ ਨੇ, ਪਰ ਗਵਰਨ ਉਹ ਕਰਦੇ ਨੇ। ਸਾਰਾ ਪੈਸਾ ਡਿਸਬਰਸ ਹੁੰਦਾ ਹੈ, ਖਰਚ ਹੁੰਦਾ ਹੈ, ਉਹ ਪ੍ਰਧਾਨ ਟਰਸਟ ਦੇ ਦਸਖਤਾਂ ਹੇਠ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਉਹ ਸ਼ਾਇਦ ਜੇਕਰ ਸ਼੍ਰੋਮਣੀ ਕਮੇਟੀ ਦੀ ਤਾਕਤ ਬਾਦਲਾਂ ਦੇ ਹੱਥਾਂ 'ਚੋਂ ਨਿਕਲ ਜਾਂਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚੋਂ ਨਿਕਲ ਜਾਂਦੀ ਹੈ, ਤਾਂ ਉਹਦੇ ਵਿੱਚ ਬਹੁਤ ਸਾਰੇ ਘਪਲੇ ਜਾਣੇ ਅਣਜਾਣੇ 'ਚ ਹੋਏ ਉਹ ਉੱਭਰਨਗੇ, ਤੇ ਸਰਕਾਰ ਜਿਹੜੀ ਵੀ ਹੋਈ ਜੇ ਬਾਦਲਾਂ ਦੀ ਐਂਟੀ ਹੋਈ ਉਹ ਇਸ ਗੱਲ ਨੂੰ ਤੂਲ ਦੇਗੀ। ਤੇ ਤੁਹਾਡੇ ਸਾਹਮਣੇ ਹੈ CBI ਵਿਜੀਲੈਂਸ ਫਲਾਣਾ ਇੱਦਾਂ ਕਰਕੇ ਕਿਸੇ ਵੀ ਬੰਦੇ ਤੋਂ ਐਪਲੀਕੇਸ਼ਨ ਲੈ ਕੇ ਉਹ ਚੀਜ਼ਾਂ ਨੂੰ ਉਭਾਰਿਆ ਜਾਂਦਾ ਹੈ, ਚਾਹੇ ਉਹਨਾਂ 'ਚ ਸਜ਼ਾ ਹੋਵੇ ਜਾਂ ਨਾ ਹੋਵੇ, ਕਿਸੇ ਇੱਕ ਧਿਰ ਦੀ ਬਦਨਾਮੀ ਜ਼ਰੂਰ ਹੁੰਦੀ ਹੈ ਉਹਦੇ ਵਿੱਚ। ਬਿਲਕੁਲ ਹੁੰਦੀ ਹੈ। ਜਿਵੇਂ ਹੁਣ ਅਸੀਂ ਤੁਸੀਂ ਦੇਖ ਰਹੇ ਹੋ ਜਿਹੜਾ ਸੁੰਦਰ ਸ਼ਾਮ ਅਰੋੜਾ ਦੇ ਵਿੱਚ ਜੀ, ਉਹ ਕੇਸ ਭਾਵੇਂ ਉਹਦਾ ਪਿੱਛੇ ਚਲਾ ਗਿਆ, ਜਿਹੜੇ ਕੇਸ 'ਚ ਉਹ ਫਾਲਟੀ ਸੀ, ਆ ਨਵੇਂ ਕੇਸ 'ਚ ਇੱਕ ਰਿਸ਼ਵਤ ਦੇ 'ਚ ਫਸ ਗਿਆ। ਹੁਣ ਜਦੋਂ ਬੰਦਾ ਉੱਥੇ ਫਸ ਗਿਆ ਫਿਰ ਜੇਲ੍ਹ 'ਚ ਬੈਠੇ ਤੇ ਹੋਰ ਕੇਸ ਆਈ ਜਾਂਦੇ ਨੇ, ਹੋਰ ਕੇਸ ਡਿਸਪਰਪੋਰਸ਼ਨ ਐਸੈਟਸ ਦਾ ਆ ਜਾਊਗਾ ਵੀ ਇਹਨੇ ਇੰਨੀ ਜ਼ਿਆਦਾ ਇਹ ਕਿੱਥੋਂ ਬਣਾਈ, ਇਹ ਕੀ ਆਈ, ਉਹਦਾ ਸਾਰਾ ਕੁਝ ਆ ਜਾਊਗਾ। ਸੋ ਇਸ ਕਿਸਮ ਨਾਲ ਨਾ ਇਹ ਜ਼ਰੂਰ ਹੁੰਦਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ, ਮੇਰੇ ਮੁਤਾਬਕ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ 'ਚ ਜਿਹੜੇ ਵੀ ਨੇਤਾ ਨੇ, ਇਹ ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਚੁਣੌਤੀ ਹੋਊਗੀ। ਸੈਟਬੈਕ ਹੋ ਸਕਦਾ। ਮੈਂ ਤੁਹਾਨੂੰ ਇਸ ਤੋਂ ਅਗਲੀ ਗੱਲ ਕਹਿਣਾ ਕਿ ਇਸ ਦਾ ਸੰਬੰਧ ਕੀ ਹੈ। ਜੇਕਰ ਇਹ ਚੋਣ 24 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੋ ਜਾਂਦੀ ਹੈ ਤੇ ਉਹਦੇ ਵਿੱਚ ਬਾਦਲ ਦਲ ਨੂੰ ਸੈਟਬੈਕ ਲੱਗ ਜਾਂਦਾ ਹੈ, ਤਾਂ ਆਉਣ ਵਾਲੇ ਸਿਆਸੀ ਸੀਨ ਤੋਂ ਬਾਦਲ ਸਾਹਿਬ ਨੂੰ ਬਹੁਤ ਵੱਡਾ ਝਟਕਾ ਲੱਗੂਗਾ। ਤੇ ਮੇਰੀ ਸਮਝ ਮੁਤਾਬਕ ਇਹ ਹੈ ਕਿ ਜੇਕਰ ਇਹ ਇੱਦਾਂ ਹੋ ਜਾਂਦਾ ਹੈ, ਆਪਾਂ ਇਹ ਮੰਨ ਕੇ ਚੱਲਦੇ ਹਾਂ, ਹਾਲੇ ਪਤਾ ਨਹੀਂ, ਸਮੇਂ ਦੇ ਗਰਭ 'ਚ ਹੈ ਸਾਰਾ ਕੁਝ, ਜੇਕਰ ਸ਼੍ਰੋਮਣੀ ਕਮੇਟੀ 'ਚ ਬਾਦਲ ਦਲ ਨੂੰ ਝਟਕਾ ਲੱਗ ਗਿਆ ਤਾਂ ਇਹ ਝਟਕਾ ਅਕਾਲੀ ਦਲ ਦੀ ਲੀਡਰਸ਼ਿਪ ਛੱਡਣ ਤੱਕ ਵੀ ਜਾ ਸਕਦਾ, ਜਿਹੜੀ 24 ਦੀ ਪਾਰਲੀਮੈਂਟ ਚੋਣ ਹੈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ। ਸੋ ਮੈਨੂੰ ਇਹ ਲੱਗ ਰਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਤੇ ਇਹਦੇ ਵਿੱਚ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡੀ ਹੈ। ਹਾਂ, ਦੂਸਰਾ ਪੱਖ ਵੀ ਹੈ, ਜੇਕਰ ਹੁਣ ਵੀ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਰਿਵਾਈਵਲ ਵੱਲ, ਇਹਦੇ ਪੁਨਰਜੀਵਿਤ ਹੋਣ ਵੱਲ ਵੀ ਗੱਲ ਵਧੇਗੀ। ਇਹ ਵੀ ਇਹਦਾ ਪ੍ਰਭਾਵ ਹੋ ਸਕਦਾ ਜੀ। ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮਿਹਰਬਾਨੀ ਜੀ, ਗੱਲਬਾਤ ਕੀਤੀ, ਧੰਨਵਾਦ ਤੁਹਾਡਾ। ਸੋ ਦੋਸਤੋ, ਮੇਰੇ ਨਾਲ ਜੁੜੇ ਹੋ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਹੋਰਾਂ ਨੇ ਇੱਕੇ ਸਵਾਲ ਦੇ ਜਵਾਬ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਸੀ ਖੋਲ੍ਹ ਕੇ ਤੁਹਾਡੇ ਅੱਗੇ ਰੱਖਤੀਆਂ। ਉਹ ਹੁਣ ਤੁਸੀਂ ਸੋਚਿਓ, ਕਿਉਂਕਿ ਇਸ ਤਰ੍ਹਾਂ ਲਗਾਤਾਰ ਇਹ ਗੱਲਬਾਤ ਕਰਦੇ ਹੀ ਰਹਿੰਦੇ ਹਾਂ, ਤੁਸੀਂ ਜ਼ਰੂਰ ਸੋਚਿਓ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪੂਰਾ ਡਿਸਕੋਰਸ ਹੈਗਾ ਕੀ ਬਦਲ ਸਕਦਾ ਉਹ, ਜਾਂ ਇਸ ਤਰ੍ਹਾਂ ਅੱਗੇ ਚੱਲੂਗਾ। ਚੋਣਾਂ ਹੋਣਗੀਆਂ, ਉਸ ਹੋਣ ਵਾਲੀਆਂ ਚੋਣਾਂ ਦੇ ਵਿੱਚ ਕੀ ਆਧਾਰ ਰਹੂਗਾ ਬਾਦਲ ਪਰਿਵਾਰ ਦਾ, SGPC ਦਾ, ਜਾਂ ਫਿਰ ਉਹਨਾਂ ਧੜਿਆਂ ਦਾ ਜਿਹੜੇ ਬਾਦਲ ਪਰਿਵਾਰ ਤੋਂ ਕਹਿੰਦੇ ਨੇ ਕਿ ਅਸੀਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣੀ ਹੈ। ਤੇ ਹਰ ਵਾਰ ਜਿਸ ਤਰ੍ਹਾਂ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ, ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ। ਧੰਨਵਾਦ।